ਜਿਹੜੀਆਂ ਉਹ ਅਗਲੇ ਮਹੀਨੇ ਜਿਹੜੀਆਂ ਹੋਣ ਵਾਲੀਆਂ। ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਰਸਤੇ ਕਾਂਗਰਸ ਪਾਰਟੀ ਤੁਰੀ ਹੋਈ ਸੀ ਕਿ ਜਿਹੜੇ ਸਿੱਖਾਂ ਦੇ ਧਾਰਮਿਕ ਮਸਲੇ ਆ ਉਹਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਨ ਦੀ ਆਦਤ ਸੀ ਕਾਂਗਰਸ ਪਾਰਟੀ ਦੀ, ਦਿੱਲੀ ਦੀ ਕੇਜਰੀਵਾਲ ਸਰਕਾਰ ਜਿਹੜੀ ਆ ਉਹ ਵੀ ਇੰਦਰਾ ਗਾਂਧੀ ਦੇ ਰਸਤੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਸਾਰਾ ਜ਼ੋਰ ਇਹਨਾਂ ਦਾ ਲੱਗਿਆ ਹੋਇਆ ਕਿ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਚੋਣ ਉੱਥੇ ਦਿੱਲੀ ਦੇ ਵਿੱਚ ਨਾ ਲੜ ਸਕੇ। ਇੱਕ ਗੱਲ ਦੀ ਮੈਨੂੰ ਹੈਰਾਨਗੀ ਵੀ ਹੁੰਦੀ ਹੈ ਕਿ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਕਾਲੀ ਦਲ ਦੇ ਪੱਲੇ ਕੁਛ ਨਹੀਂ, ਤੇ ਇਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਵੀ, ਸਰਦਾਰ ਮਨਜੀਤ ਸਿੰਘ ਜੀਕੇ ਦਾ ਵੀ, ਸਰਨਾ ਭਰਾਵਾਂ ਦਾ ਵੀ, ਔਰ ਸਾਰਿਆਂ ਦਾ ਰਲ ਕੇ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਸ ਸਿੰਬਲ ਦੇ ਉੱਤੇ ਦਿੱਲੀ ਕਮੇਟੀ ਦੀ ਚੋਣ ਲੜਦਾ ਬਾਲਟੀ, ਵੀ ਇਹਦੇ ਕੋਲੋਂ ਸਿੰਬਲ ਜਿਹੜਾ ਉਹ ਖੋਇਆ ਜਾਏ। ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਹੈ ਇਹ ਜਿਹੜਾ ਐਕਟ 1971 ਦੇ ਵਿੱਚ ਬਣਿਆ ਸੀ ਉਹਦੇ ਮੁਤਾਬਕ ਹੁੰਦੀ ਹੈ। ਉਹਦੇ ਮੁਤਾਬਕ ਹੀ 1974 ਦੇ ਵਿੱਚ ਰੂਲਸ ਬਣੇ ਸੀ, ਉਹਦੇ ਮੁਤਾਬਕ ਕੰਮ ਜਿਹੜਾ ਸਾਰਾ ਇਲੈਕਸ਼ਨਾਂ ਦਾ ਹੁੰਦਾ। 2010 ਦੇ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਸੀ ਤੇ ਰੂਲਸ ਦੇ ਵਿੱਚ ਉਸ ਵੇਲੇ ਇਸ ਤਰ੍ਹਾਂ ਦੀਆਂ ਅਮੈਂਡਮੈਂਟ ਕੀਤੀਆਂ ਗਈਆਂ ਸੀ। ਉਦੋਂ ਵੀ ਇੱਕੋ ਇੱਕ ਮਨਸ਼ਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਦੀ ਸੇਵਾ ਤੋਂ ਕਿਸੇ ਤਰੀਕੇ ਰੋਕਿਆ ਜਾਵੇ। ਉਦੋਂ ਕੁਝ ਇਹੋ ਜਿਹੀਆਂ ਤਬਦੀਲੀਆਂ ਕਰ ਦਿੱਤੀਆਂ ਸੀ ਜਿਹੜੀਆਂ ਐਜ਼ ਪਰ ਐਕਟ, ਜੋ ਐਕਟ ਦੇ ਵਿੱਚ ਜੋ ਉਹਦੀ ਸਪਿਰਿਟ ਸੀ ਉਹਦੇ ਖਿਲਾਫ ਸੀ। ਇਸ ਕਰਕੇ 2012 ਦੇ ਵਿੱਚ ਵੀ 2017 ਦੇ ਵਿੱਚ ਵੀ ਉਹ ਰੂਲ ਜਿਹੜੇ ਆ ਉਹ ਲਾਗੂ ਨਹੀਂ ਹੋਏ। ਪਰ ਹੁਣ ਹੈਰਾਨੀ ਹੈ ਕਿ ਦੇਖੋ ਡੈਸਪਰੇਸ਼ਨ ਕਿਸ ਲੈਵਲ ਤੇ ਹੈ ਕੇਜਰੀਵਾਲ ਦੀ ਸਰਕਾਰ ਦੀ, ਕਿ ਜਿਹੜੇ ਦਿੱਲੀ ਸਰਕਾਰ ਦੇ ਮੰਤਰੀ ਨੇ ਰਜਿੰਦਰਪਾਲ ਗੌਤਮ ਜੀ, ਸੋਸ਼ਲ ਵੈਲਫੇਅਰ WCD SC ST ਕੋਆਪਰੇਟਿਵ ਦੇ ਜਿਹੜੇ ਮਿਨਿਸਟਰ ਆ, ਇਹ ਉਹਨਾਂ ਨੇ ਲੈਟਰ ਕੱਲੀ ਆਪ ਆਪਣੇ ਪੈਡ ਦੇ ਉੱਤੇ ਕੱਢੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਲੜਨ ਤੋਂ ਰੋਕਣ ਵਾਸਤੇ ਉਹੀ 2010 ਦੇ ਰੂਲ ਲਾਗੂ ਹੋਣ ਕਿ ਧਾਰਮਿਕ ਪਾਰਟੀਆਂ ਦੇ ਤੌਰ ਦੇ ਉੱਤੇ ਜਿਹੜੀ ਹੈ ਰਜਿਸਟ੍ਰੇਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਆ, ਔਰ ਇਹ ਹੁਣ ਤੋਂ ਹੀ ਲਾਗੂ ਹੋਣ। ਔਰ ਉਹਨਾਂ ਰੂਲਾਂ ਦੇ ਵਿੱਚ ਲਿਖਿਆ ਹੋਇਆ ਕਿ ਪਾਰਟੀ 1 ਸਾਲ ਪਹਿਲਾਂ ਰਜਿਸਟਰ ਹੋਣੀ ਚਾਹੀਦੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸੇਵਾ ਤੁਸੀਂ ਕਹਿੰਦੇ ਹੋ ਕਿ ਬਹੁਤ ਮਾੜੀ ਆ, ਤੇ ਤੁਹਾਨੂੰ ਡਰਨ ਦੀ ਕੀ ਲੋੜ ਆ? ਇਲੈਕਸ਼ਨ ਤਾਂ ਕੋਈ ਆਜ਼ਾਦ ਵੀ ਲੜ ਸਕਦਾ, ਕਿਸੇ ਵੀ ਸਿੰਬਲ ਤੇ ਲੜ ਸਕਦਾ। ਤੁਸੀਂ ਅਕਾਲੀ ਦਲ ਜਿਹੜਾ ਸਿੰਬਲ ਯੂਜ਼ ਕਰਦਾ ਸੀ ਉਹਦੇ ਤੋਂ ਇੰਨੇ ਘਬਰਾਏ ਕਿਉਂ ਪਏ? ਕੀ ਤੁਹਾਨੂੰ ਲੱਗਦਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਸਾ ਸਾਹਿਬ ਨੇ ਔਰ ਉਹਨਾਂ ਦੀ ਟੀਮ ਨੇ, ਸਾਡੇ ਦਿੱਲੀ ਦੇ ਪ੍ਰਧਾਨ ਕਾਲਕਾ ਜੀ ਨੇ ਔਰ ਬਾਕੀ ਮੈਂਬਰ ਸਾਹਿਬਾਨਾਂ ਨੇ ਜਿਹੜੀ ਦਿੱਲੀ ਦੇ ਵਿੱਚ ਲੰਗਰਾਂ ਦੀ ਸੇਵਾ ਕੀਤੀ ਆ ਉਹਦੇ ਤੋਂ ਸੰਗਤ ਖੁਸ਼ ਆ? ਕਿ ਜਿਹੜਾ ਹਸਪਤਾਲ ਉਹਨਾਂ ਨੇ ਐਡਾ ਵੱਡਾ ਡਾਇਲਸਿਸ ਸੈਂਟਰ ਚਾਲੂ ਕੀਤਾ, ਇਹ ਤਾਂ ਫਿਰ ਮੰਨਣਾ ਪਊਗਾ ਕਿ ਦਿੱਲੀ ਦੀ ਸੰਗਤ ਜਿਹੜੀ ਆ ਉਸ ਪੱਖ ਦੇ ਹੱਕ ਦੇ ਵਿੱਚ ਆ। ਜਿਹੜੀ ਕਰੋਨਾ ਦੇ ਵਿੱਚ ਐਡੀ ਵੱਡੀ ਸੇਵਾ ਦਿੱਲੀ ਕਮੇਟੀ ਨੇ ਕੀਤੀ ਆ ਉਹ ਵੀ ਸੰਗਤ ਨੇ ਪ੍ਰਵਾਨ ਕੀਤੀ ਆ। ਔਰ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੋਲ ਆ ਉਹ ਵੀ ਸੰਗਤ ਨੇ ਪ੍ਰਵਾਨ ਕੀਤਾ। ਔਰ ਜਿਹੜੇ ਸਿੱਖ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਆ ਕੇਜਰੀਵਾਲ ਦੀ ਸਰਕਾਰ ਨੇ BJP ਦੀ ਕੇਂਦਰੀ ਸਰਕਾਰ ਦੇ ਨਾਲ ਰਲ ਕੇ, ਉੱਥੇ ਜਿਹੜਾ ਸਾਡੀ ਦਿੱਲੀ ਕਮੇਟੀ ਨੇ ਰੋਲ ਪਲੇ ਕੀਤਾ ਉਹਦਾ ਵੀ ਮੇਰੇ ਖਿਆਲ ਆਮ ਆਦਮੀ ਪਾਰਟੀ ਨੂੰ ਲੱਗਣ ਲੱਗ ਗਿਆ ਕਿ ਇਹ ਸੰਗਤ ਇਸ ਗੱਲ ਨੂੰ ਜਿਹੜੀ ਹੈ ਸਹੀ ਠਹਿਰਾ ਰਹੀ ਹੈ। ਮੈਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਬੜੀਆਂ ਸਰਕਾਰਾਂ ਕੇਂਦਰ ਦੇ ਵਿੱਚ ਵੀ ਨਿਕਲ ਗਈਆਂ, ਸਾਡੇ ਇੱਥੇ ਪੰਜਾਬ ਦੇ ਸੂਬੇ ਦੇ ਵਿੱਚ ਵੀ ਨਿਕਲ ਗਈਆਂ, ਜਿਹੜੀਆਂ ਇਸੇ ਗੱਲ ਦੀਆਂ ਆਦੀ ਸਨ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਜਿਹੜੀ ਆ ਉਹ ਕਰਨੀ ਹੈ।
ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਕਰਨਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਬਜ਼ਾ ਕਰਨਾ, ਪਰ ਨਾ ਤਾਂ ਉਹ ਕਦੀ ਕਾਮਯਾਬ ਹੋਏ ਤੇ ਨਾ ਤੁਸੀਂ ਕਾਮਯਾਬ ਹੋ। ਇਸ ਕਰਕੇ ਮੈਂ ਦਿੱਲੀ ਦੀ ਸਰਕਾਰ ਨੂੰ ਪਾਰਟੀ ਵੱਲੋਂ ਤਾੜਨਾ ਕਰਨਾ ਚਾਹੁੰਦਾ ਕਿ ਸਿੱਖਾਂ ਦੇ ਇਹਨਾਂ ਅੰਦਰੂਨੀ ਮਾਮਲਿਆਂ ਦੇ ਵਿੱਚ ਇਸ ਤਰ੍ਹਾਂ ਦੀ ਨੰਗੀ ਚਿੱਟੀ ਦਖਲਅੰਦਾਜ਼ੀ ਕਿ ਮਿਨਿਸਟਰ ਜਿਹੜੇ ਆ ਆਪ ਆਰਡਰ ਪਾਸ ਕਰ ਰਹੇ ਆ ਕਿ ਇਸ ਤਰੀਕੇ ਜਿਹੜੀ ਆ ਸਿੰਬਲ ਦੀ ਅਲਾਟਮੈਂਟ ਹੋਵੇ, ਮੈਂ ਸਮਝਦਾ ਇਹ ਮੰਦਭਾਗੀ ਹੈ। ਇਹਨੂੰ ਅਸੀਂ ਕੰਡੈਮ ਵੀ ਕਰਦੇ ਹਾਂ, ਪਰ ਇਹ ਜਿਹੜੀ ਨਰਵਸਨੈਸ ਹੈ ਉਹਨਾਂ ਦੀ ਉਹ ਜ਼ਰੂਰ ਨਜ਼ਰ ਆਉਂਦੀ ਹੈ। ਦੂਜੀ ਗੱਲ ਹੈ ਕਿ ਦੇਸ਼ ਦੇ ਵਿੱਚ ਇੱਕ ਬੜਾ ਟ੍ਰੈਂਡ ਚੱਲ ਪਿਆ। ਪਿੱਛੇ ਮਹਾਰਾਸ਼ਟਰ ਦੇ ਵਿੱਚ ਵੀ TRP ਦਾ ਸਕੈਂਡਲ ਹੋਇਆ ਕਿ ਕੁਛ ਚੈਨਲ ਜਿਹੜੇ ਸੀ ਉਹ ਇਸ ਤਰੀਕੇ ਜਿਹੜੇ ਕੰਮ ਕਰਨ ਲੱਗੇ ਸੀ ਕਿ ਮੈਨੇਜ ਕਰਨ ਲੱਗੇ ਸੀ ਚੀਜ਼ਾਂ ਨੂੰ ਕਿ ਇਹ ਲੱਗੇ ਕਿ ਇਹ ਚੈਨਲ ਜਿਹੜਾ ਜ਼ਿਆਦਾ ਲੋਕਪ੍ਰਿਆ। ਕੁਝ ਕੰਪਨੀਆਂ ਇਲੈਕਸ਼ਨਾਂ ਦੇ ਵਿੱਚ ਸਰਵੇ ਕਰਦੀਆਂ ਵਾਰ-ਵਾਰ ਪਾਰਟੀਆਂ ਦੇ ਨਾਲ ਰਲ ਕੇ, ਫਰਜ਼ੀ ਸਰਵੇ ਕਰਦੀਆਂ, ਔਰ ਇਹ ਮੈਂ ਸਮਝਦਾ ਦੇਸ਼ ਦੇ ਵਿੱਚ ਡੈਮੋਕ੍ਰੇਸੀ ਨੂੰ ਪ੍ਰਭਾਵਿਤ ਕਰਨ ਦੀ ਔਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਬੜੀ ਵੱਡੀ ਸਾਜ਼ਿਸ਼ ਹੈ। ਇਹ ਟ੍ਰੈਂਡ ਡੇ ਬਾਈ ਡੇ ਲਗਾਤਾਰ ਚੱਲਦਾ ਜਾ ਰਿਹਾ। ਜਦੋਂ ਆਮ ਆਦਮੀ ਪਾਰਟੀ ਨਾਲ ਆਈ ਸੀ ਤੇ ਉਦੋਂ ਇਹਨਾਂ ਨੇ ਇੱਕ ਸਰਵੇ ਕੀਤਾ ਸੀ, ਆ ਸੀ ਵੋਟਰ ਦਾ ਸਰਵੇ ਹੈ। ਮੈਂ ਤੁਹਾਡੀ ਯਾਦ ਦੇ ਵਾਸਤੇ ਦਿਖਾਉਣਾ ਚਾਹੁੰਦਾ, ਆ ਅਸੀਂ ਸਕਰੀਨ ਦੇ ਉੱਤੇ ਵੀ ਲਾ ਦਿੱਤਾ। ਇਹ ਸੀ ਵੋਟਰ ਨੇ ਸਰਵੇ ਕੀਤਾ ਸੀ ਕਿ ਝਾੜੂ ਵਾਲਿਆਂ ਨੂੰ 100 ਸੀਟਾਂ ਮਿਲਣਗੀਆਂ ਔਰ ਕਾਂਗਰਸ ਨੂੰ 10 ਤੇ ਅਕਾਲੀ ਦਲ ਨੂੰ 7। ਇਹ ਇਸੇ ਦੇ ਇਸ਼ਤਿਹਾਰ ਬਣੇ, ਕੇਜਰੀਵਾਲ ਦੀ ਫੋਟੋ ਲੱਗੀ, ਝਾੜੂ ਦਾ ਬਾਅਦ 'ਚ ਚੋਣ ਨਿਸ਼ਾਨ ਲੱਗਿਆ ਤੇ ਇਹਦਾ ਰਾਜਨੀਤਿਕ ਦੁਰਉਪਯੋਗ ਜਿਹੜਾ ਉਹ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕੇਜਰੀਵਾਲ ਨੇ, ਉਹਦੀ ਪਾਰਟੀ ਨੇ ਸ਼ਰੇਆਮ ਕੀਤਾ। ਮੈਂ ਸੀ ਵੋਟਰ ਨੂੰ ਪੁੱਛਦਾ ਕਿ ਕੀ ਇਹਨਾਂ ਨੇ ਉਦੋਂ ਇਸ ਗੱਲ ਦਾ ਕੋਈ ਨੋਟਿਸ ਲਿਆ ਸੀ ਕਿ ਤੁਹਾਡਾ ਜਿਹੜਾ ਸਰਵੇ ਹੈ ਉਹਦੇ ਤੇ ਸਿੰਬਲ ਲਾ ਕੇ, ਕੇਜਰੀਵਾਲ ਦੀ ਫੋਟੋ ਲਾ ਕੇ ਤੇ ਸਾਰੇ ਜਿਹੜੇ ਪੰਜਾਬ ਦੀਆਂ ਗਲੀਆਂ ਦੇ ਵਿੱਚ ਇਹ ਇਸ਼ਤਿਹਾਰ ਕੰਧ ਦੇ ਉੱਤੇ ਲੱਗਿਆ ਹੋਇਆ, ਉੱਥੇ ਦੀ ਉਦੋਂ ਦੀ ਉਸ ਵੇਲੇ ਦੀ ਫੋਟੋ ਹੈ, ਪਿੱਛੇ ਦੀਵਾਰ ਹੈ, ਜਿਵੇਂ ਬਾਕੀ ਇਸ਼ਤਿਹਾਰ ਲੱਗਦੇ ਆ ਦੀਵਾਰਾਂ ਤੇ। ਇਸ ਤਰੀਕੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਜਿਹੜਾ ਸੀ ਵੋਟਰ ਨੇ ਉਦੋਂ ਇਹ ਸਰਵੇ ਜਿਹੜਾ ਇਹ ਛਾਪਿਆ ਸੀ ਕੇਜਰੀਵਾਲ ਨੂੰ ਫਾਇਦਾ ਦੇਣ ਵਾਸਤੇ, ਔਰ ਰਿਜ਼ਲਟ ਕੀ ਨਿਕਲਿਆ ਕਿ 100 ਤੋਂ ਵੱਧ ਸੀਟਾਂ ਦੇ ਰਹੇ ਸੀ ਤੇ ਬਾਅਦ 'ਚ 20 ਸੀਟਾਂ ਆਈਆਂ। ਜਿਹੜਾ ਐਗਜ਼ਿਟ ਪੋਲ ਕੱਢਿਆ ਸੀ ਇਹਨਾਂ ਨੇ ਸੀ ਵੋਟਰ ਨੇ, ਉਹਦੇ ਵਿੱਚ ਵੀ 59 ਤੋਂ 67, ਕਿਉਂਕਿ ਪੰਜਾਬ ਦੇ ਵਿੱਚ 59 ਜਿਹੜੀ ਹੈ ਸੀਟਾਂ ਤੇ ਸਰਕਾਰ ਬਣਦੀ ਹੈ ਤੇ ਪੂਰਾ ਟਿੱਲ ਲਾਇਆ ਸੀ ਉਦੋਂ ਵੀ ਇਹਨਾਂ ਨੇ ਕਿ 59 ਸੀਟਾਂ ਤਾਂ ਘੱਟੋ ਘੱਟ ਆਉਣੀਆਂ, 67 ਵੀ ਆ ਸਕਦੀਆਂ। ਇਹ ਜਿਹੜਾ ਐਗਜ਼ਿਟ ਪੋਲ ਕੀਤਾ ਸੀਗਾ ਸੀ ਵੋਟਰ ਦਾ, ਔਰ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਕੀ ਕ੍ਰੈਡੀਬਿਲਿਟੀ ਹੈ ਇਸ ਸਰਵੇ ਦੀ। ਅੱਜ ਸਾਹਮਣੇ ਆ ਕਿ 100 ਸੀਟ ਕਹੀ ਸੀ ਤੇ ਫਿਰ 20 ਸੀਟਾਂ ਪੰਜਾਬ ਦੇ ਵਿੱਚ ਆਪ ਦੀਆਂ ਆਈਆਂ। ਤੇ ਮੈਂ ਪੁੱਛਣਾ ਚਾਹੁੰਦਾ ਸੀ ਵੋਟਰ ਦੇ ਜਿਹੜੇ ਵੀ ਪ੍ਰਬੰਧਕ ਕੇਜਰੀਵਾਲ ਦੇ ਨਾਲ ਰਲ ਕੇ ਜਿਹੜੇ ਸਾਰੇ ਕੰਮ ਕਰ ਰਹੇ ਆ ਕਿ ਇਹ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਉਸ ਵੇਲੇ ਜਿਹੜਾ ਇਹ ਸਰਵੇ ਏਜੰਸੀ ਨੇ ਕਿਉਂ ਕੀਤਾ, ਇਹ ਮੀਡੀਆ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਵੀ ਸਟੱਡੀ ਕਰਨਾ ਚਾਹੀਦਾ। ਔਰ ਦੂਜੀ ਗੱਲ ਹੈ ਕਿ ਹੁਣ ਇੱਕ ਇਹਨਾਂ ਨੇ ਕੱਲ ਦੁਬਾਰਾ ਸਰਵੇ ਕੀਤਾ, ਉਹਦੇ ਵਿੱਚ ਜਿਹੜਾ ਹੁਣ ਹੈ ਕੱਲ੍ਹ ਹੀ ਸਰਵੇ ਦੁਬਾਰਾ ਹੋਇਆ, ਉਹਦੇ ਵਿੱਚ ਇਹਨਾਂ ਨੇ ਫੇਰ ਦੁਬਾਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਭਾਰ ਕੇ ਤੇ 51 ਤੋਂ 57 ਜਿਹੜੀਆਂ ਸੀਟਾਂ ਉਹ ਕੱਲ ਇੱਕ ਚੈਨਲ ਨੇ ਜਿਹੜਾ ਹੈਗਾ ਉਹ ਟੈਲੀਕਾਸਟ ਕੀਤਾ। ਹੁਣ ਮੈਂ ਕੇਜਰੀਵਾਲ ਸਾਹਿਬ ਨੂੰ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਤੇ ਨਾਲ ਸੀ ਵੋਟਰ ਦੇ ਪ੍ਰਬੰਧਕਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ 13 ਫਰਵਰੀ ਨੂੰ 8 ਕਾਰਪੋਰੇਸ਼ਨਾਂ ਤੇ 108 ਕਮੇਟੀਆਂ ਦੀਆਂ ਚੋਣਾਂ ਹੋਈਆਂ, ਮਿਊਨਿਸਪਲ ਕਮੇਟੀਆਂ ਦੀਆਂ। 15-20 ਦਿਨ ਦੇ ਫਰਕ ਦੇ ਉੱਤੇ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਸਥਿਤੀ ਕਿਵੇਂ ਬਦਲ ਗਈ ਕਿ 4000 ਜਾਂ 4300 ਬੰਦੇ ਦਾ ਸੈਂਪਲ ਲੈ ਕੇ ਤੇ ਤੁਸੀਂ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲੱਗੇ।
कोई रीजन दसना चाहिए। ਲੱਖਾਂ लोगों ने ਜਿਹੜੀ ਆ उस इलैक्शन ਦੇ ਵਿੱਚ पार्टिसिपेट किया। हालांकि सारी कांग्रेस ने धक्केशाही की, लोगों के पेपर रिजैक्ट किए, हर तरह की बेईमानी की, तो फिर भी ਜਿਹੜਾ ਉਹਦੇ ਵਿੱਚ ਦੂਜੇ नंबर के उत्ते श्रोमणी अकाली दल ਜਿਹੜਾ ਇਹਨਾਂ इलैक्शनों के ਵਿੱਚ मेन पार्टी अमर हो के आया। और ਜਿਹੜੀ 8 कारपोरेशनों की चोण हुई, ਉਹਦੇ ਵਿੱਚ 5 कारपोरेशनों के ਵਿੱਚ एक भी सीट ਜਿਹੜੀ ਆ वो आम आदमी पार्टी ਨੂੰ नहीं आई। चौथे नंबर पर 8 कारपोरेशनों के ਵਿੱਚ आम आदमी पार्टी चौथे नंबर पर आ। ना इन्हों अबोहर ਦੇ ਵਿੱਚ सीट आई, ना बठिंडा ਦੇ ਵਿੱਚ, ना कपूरथला ਦੇ ਵਿੱਚ, ना पठानकोट ਦੇ ਵਿੱਚ, ना माड़ी ਦੇ ਵਿੱਚ एक सीट भी नहीं आई आम आदमी पार्टी ਨੂੰ। ਤੇ टोटल ਇਹਨੂੰ ਸਾਰੇ ਪੰਜਾਬ ਦੇ ਵਿੱਚੋਂ 9 सीटां ਆਈਆਂ। ਤੇ ਮੈਂ ਜਿਹੜੇ ਸ਼੍ਰੀਮਾਨ ਜੀ ਸਰਵੇ ਕਰ ਰਹੇ ਆ ਆਮ ਆਦਮੀ ਪਾਰਟੀ ਨਾਲ ਰਲ ਕੇ, ਇਹ ਮੈਂ ਕਹਿੰਦਾ ਸਰਵੇ ਨਹੀਂ, ਇਹ ਕ੍ਰਿਮੀਨਲ ਕੌਨਸਪੀਰੇਸੀ ਹੈ ਜਿਹੜੀਆਂ ਐਸਟੈਬਲਿਸ਼ਡ ਪਾਰਟੀਆਂ ਉਹਨੂੰ ਡਿਸਟੈਬਲਾਈਜ਼ ਕਰਨ ਦੀ। ਇਹ ਬਹੁਤ ਵੱਡਾ ਕ੍ਰਾਈਮ ਹੈ, ਇਹ ਛੋਟੀ ਗੱਲ ਨਹੀਂ। ਮੈਂ ਪੁੱਛਣਾ ਸਾਰੇ ਮੀਡੀਆ ਦੇ ਵਿੱਚ, ਮੈਂ ਓਪਨਲੀ ਪੁੱਛਣਾ ਚਾਹੁੰਦਾ ਕਿ 13 ਫਰਵਰੀ ਨੂੰ ਇਲੈਕਸ਼ਨ ਹੋਈ ਹੈ, 17 ਫਰਵਰੀ ਨੂੰ ਰਿਜ਼ਲਟ ਆਇਆ, ਇਹ ਰਿਜ਼ਲਟ ਹੈ। ਤੇ ਕੋਈ ਮੈਨੂੰ ਦੱਸੇ ਕਿ 4300 ਬੰਦਿਆਂ ਦਾ ਸੈਂਪਲ ਲੈ ਕੇ ਤੇ ਸਰਕਾਰ ਹੇਠਾਂ ਦੀ ਉੱਪਰ ਕਿੱਦਾਂ ਹੋਊਗੀ? कोई जस्टिफिकेशन तो होनी चाहिए है जिन्हें सर्वे करने आ कि कला पैसा ही करोड़ों रुपए लैके ते कमाई करने वाला साधन नहीं बनाना। इसलिए मैं समझदा कि ये बहुत वड्डी एक क्रिमिनल कॉन्स्पिरेसी है। और केजरीवाल जिहड़ा हैगा, क्योंकि दिल्ली की सरकार का बजट बहुत वड्डा है पब्लिक रिलेशन का, एडवरटाइजमेंट का, वो हर तरीके का हीला वरत के फिर पंजाब के लोगों को गुमराह करने से लग्या होया। ਤੁਸੀਂ परसेंटेज ਜਿਹੜੀ ਇਹ ਕੱਢ ਰਿਹਾ, ਜਿਹੜੀ ਪਿਛਲੀ ਵਾਰੀ परसेंटेज 2017 ਦੀ ਸੀ ਉਹ ਰਿਵਰਸ ਕਰ ਦਿੱਤੀ, ਉਲਟੀ ਕਰ ਦਿੱਤੀ ਕਿ ਹੁਣ 21% ਅਕਾਲੀ ਦਲ ਨੂੰ ਦੇਤੀ ਤੇ ਜਿਹੜੀ ਹੈ ਕਾਂਗਰਸ ਨੂੰ 32% ਕਰ ਦਿੱਤੀ ਤੇ 37% ਜਿਹੜੀ ਵੋਟ ਹੈ ਉਹ ਆਪ ਨੂੰ ਦੇ ਦਿੱਤੀ। ਤੇ ਆਹ ਜਿਹੜਾ ਕਮੇਟੀਆਂ ਦਾ ਰਿਜ਼ਲਟ ਹੈ ਇਹਦੀ ਕੋਈ ਵੈਲਿਊ ਨਹੀਂ। ਉਹਨੇ ਇਹ ਜਿਹੜਾ ਸਰਵੇ ਦੇ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ। इसलिए मैं बेनती करदा कि इस ट्रेंड नूं रोकण दी बड़ी वड्डी लोड़ है। और श्रोमणी अकाली दल इहदे उत्ते पहलकदमी करदा होया असीं अपने जिहड़ी टॉप दी साडे वकील है टीम है ਉਹਦੇ ਨਾਲ ਅਸੀਂ ਅੱਜ ਜਿਹੜਾ ਕੰਟੈਕਟ ਕੀਤਾ ਕਿ ਇਹ ਜਿਹੜੀ ਫਰਜ਼ੀ ਡਾਕੂਮੈਂਟ ਬਣਾਏ ਜਾਂਦੇ ਆ ਪੈਸੇ ਲੈ ਕੇ, ਅਸੀਂ ਇਹਦੇ ਵਾਸਤੇ ਲੀਗਲ ਰੈਮਡੀ ਜਿਹੜੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਸਾਡੀ ਟੀਮ ਵਕੀਲਾਂ ਦੀ ਫੈਸਲਾ ਕਰੇਗੀ ਕਿ ਕ੍ਰਿਮੀਨਲ ਐਕਸ਼ਨ ਅਸੀਂ ਇਸ ਏਜੰਸੀ ਦੇ ਖਿਲਾਫ ਜਿਹੜਾ ਉਹ ਨਿਸ਼ਚਿਤ ਕਰਾਂਗੇ। ਉਹ ਸਾਨੂੰ ਐਡਵਾਈਸ ਕਰ ਰਹੇ ਆ, ਸਾਰੀਆਂ ਆਪਸ਼ਨਸ ਹੈਗੀਆਂ, ਓਪਨ ਹੈ। FIR ਵੀ ਕਰਾਈ ਜਾ ਸਕਦੀ ਹੈ, ਕੋਰਟ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਕੀਤੀ ਜਾ ਸਕਦੀ ਹੈ, ਡੈਮੇਜਸ ਪਾਏ ਜਾ ਸਕਦੇ ਆ, ਉਹ ਸਾਰੀਆਂ ਆਪਸ਼ਨਸ ਨੇ। ਉਹ ਸਾਡੀ ਟੀਮ ਡਿਸਾਈਡ ਕਰੇਗੀ। ਪਰ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਕ੍ਰਿਮੀਨਲ ਐਕਸ਼ਨ ਜਿਹੜਾ ਹੈਗਾ ਉਹ ਇਸ ਏਜੰਸੀ ਦੇ ਖਿਲਾਫ ਜਿਹੜਾ ਉਹ ਨਿਸ਼ਚਿਤ ਕਰਾਂਗੇ ਤਾਂ ਜੋ ਡੈਮੋਕ੍ਰੇਸੀ ਨੂੰ ਜਿਹੜੀਆਂ ਇਹ ਤਾਕਤਾਂ ਆਪਣੇ ਨਿੱਜੀ ਮਫਾਦਾ ਕਰਕੇ ਨੁਕਸਾਨ ਕਰ ਰਹੀਆਂ ਉਹਨੂੰ ਅਸੀਂ ਜਿਹੜਾ ਉਹ ਰੋਕ ਸਕੀਏ। ਦੂਜੀ ਗੱਲ ਹੈ ਕਿ ਕੱਲ੍ਹ ਮੁੱਖ ਮੰਤਰੀ ਸਾਹਿਬ ਨੇ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਕੀਤੀ ਸੀ, ਪਰ ਬੜਾ ਅਫਸੋਸ ਹੈ ਅੱਜ ਬੜੀ ਵੱਡੀ ਖਬਰ ਇੱਕ ਅਖਬਾਰ ਦੇ ਵਿੱਚ ਲੱਗੀ ਹੈ ਕਿ 1 ਸਾਲ ਹੋ ਗਿਆ 250 ਵੈਂਟੀਲੇਟਰ पंजाब सरकार नूं केंद्र सरकार वालों आया 250 वैंटीलेटर। और साडा डैथ रेट जिहड़ा सब तो देश दे विच वध है 3% तो हमेशा उत्ते रहा। और 250 वैंटीलेटर कैप्टन अमरिंदर सिंह होरां दी अगवाई दे विच हैल्थ डिपार्टमेंट ने सरदार बलबीर सिंह सिद्धू साहब दे मंत्री होण ते हाले तक उहदी पैकिंग नहीं खोली। लोकी मर रहे हैं और मैक्सिमम काहदे मर रहे हैं जदों जिहड़ी है उन्हां नूं जिहड़ी है साह लैण दे विच दिक्कतां आउंदियां, जिथे वैंटीलेटर की जरूरत पैंदी है। मैं उन्हां नूं पुछना चाहुंदा कि आह जिहड़े ड्रामे बाकी हुंदे आ नाइट कर्फ्यू दे दूजे तीजे, इन्हां नूं छड्ड के तुसीं असली गल वाले पासे क्यों नहीं जांदे कि तुहाडे हैल्थ डिपार्टमेंटां दे विच टर्शरी केयर इन्नी क्यों माड़ी है। और दूजी है एक होर अखबार दे विच लगी
कि 69% ਜਿਹੜੇ ਸਟੇਟ ਦੇ ਪ੍ਰਾਈਵੇਟ ਹਸਪੀਟਲ 69%, मतलब 2/3 ਉਹਨਾਂ ਨੇ ਹਾਲੇ ਤੱਕ ਵੈਕਸੀਨੇਸ਼ਨ ਸ਼ੁਰੂ ਨਹੀਂ ਕੀਤੀ। ਤੇ ਅਸੀਂ ਕਾਹਦੇ ਨਾਲ ਕੰਟਰੋਲ ਕਰਨਾ ਜੀ ਕਰੋਨਾ? ਨਾਈਟ ਕਰਫਿਊ ਨਾਲ? ਕੁਛ ਤਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ। ਅਸੀਂ ਤਾਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਸਤੇ ਤਿਆਰ ਹਾਂ। ਅਸੀਂ ਆਪਣੀਆਂ ਰੈਲੀਆਂ ਕੈਂਸਲ ਕਰ ਦਿੱਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਬੜਾ ਵੱਡਾ ਫੈਸਲਾ ਲੈ ਲਿਆ ਕਿ ਜਿਹੜੇ ਸ਼ਤਾਬਦੀ ਦੇ ਪ੍ਰੋਗਰਾਮ ਉਹਨਾਂ ਨੇ ਸਪੈਸ਼ਲ ਕਰਨੇ ਸੀ ਹੋਲੇ ਮਹੱਲੇ 'ਤੇ, ਉਹਨਾਂ ਨੇ ਵੀ ਪੋਸਟਪੋਨ ਕਰ ਦਿੱਤੇ, ਕਿਉਂਕਿ ਕੱਲ੍ਹ ਸਰਕਾਰ ਨੇ ਜੋ ਗਾਈਡਲਾਈਨ ਦਿੱਤੀਆਂ। ਹੋਲਾ ਮਹੱਲਾ ਤਾਂ ਚੱਲੇਗਾ ਕਿਉਂਕਿ ਉਹ ਤਾਂ ਰੋਕਿਆ ਨਹੀਂ ਜਾ ਸਕਦਾ, ਪਰ ਜਿਹੜੇ 24 ਤੋਂ ਲੈ ਕੇ 28 ਤੱਕ ਉਹਨਾਂ ਨੇ ਪ੍ਰੋਗਰਾਮ ਕਰਨੇ ਸੀ, ਮੈਨੂੰ ਬੀਬੀ ਜੀ ਨੇ ਹੁਣੇ ਦੱਸਿਆ ਕਿ ਉਹਨਾਂ ਨੇ ਵੀ ਪੋਸਟਪੋਨ ਕਰ ਦਿੱਤੇ, ਜਿਹੜੀ ਇਸੇ ਕਰਕੇ ਕਿ ਪ੍ਰੋਬਲਮ ਨਾ ਹੋਵੇ। ਪਰ ਸਰਕਾਰ ਕਦੋਂ ਜਾਗੇਗੀ? ਜਿਹੜੀ ਅਸਲੀ ਗੱਲ 'ਤੇ ਮੈਂ ਆਉਣਾ ਕਿ ਇਹ ਜਿਹੜੇ ਤੁਸੀਂ ਵਾਰ-ਵਾਰ ਇੱਦਾਂ ਦੇ ਜਿਹੜੇ ਡਰਾਮੇ ਕਰੀ ਜਾ ਰਹੇ ਹੋ, ਅਸਲੀ ਗੱਲ 'ਤੇ ਕਿਉਂ ਨਹੀਂ ਆਉਂਦੇ ਕਿ ਟ੍ਰੀਟਮੈਂਟ ਹਸਪੀਟਲਾਂ ਦੇ ਵਿੱਚ ਕਿਉਂ ਨਹੀਂ ਇੰਪਰੂਵ ਹੁੰਦੀ? ਇਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ। ਔਰ ਇਹ ਜਿਹੜੇ ਸਟੈਪ ਲਏ ਜਾ ਰਹੇ ਆ, ਭਾਵੇਂ ਦੇਸ਼ ਦੀ ਸਰਕਾਰ ਨੇ ਪਿੱਛੇ ਲਾਕਡਾਊਨ ਕੀਤਾ, ਵਾਰ-ਵਾਰ ਕਰਫਿਊ ਲਾਏ, ਭਾਵੇਂ ਸੂਬੇ ਦੀਆਂ ਸਰਕਾਰਾਂ ਨੇ। ਅੱਜ ਨੈਸ਼ਨਲ ਪੇਪਰ ਹੈ ਹਿੰਦੂ, ਉਹਦੀ ਬੜੀ ਅਲਾਰਮਿੰਗ ਰਿਪੋਰਟ ਹੈ ਕਿ ਕੋਵਿਡ ਦੇ ਕਰਕੇ ਦੇਸ਼ ਦੇ ਵਿੱਚ ਗਰੀਬੀ ਦੀ ਗਿਣਤੀ ਜਿਹੜੀ ਹੈ ਗਰੀਬਾਂ ਦੀ ਉਹ ਡਬਲ ਹੋ ਗਈ। ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਲੋਕਾਂ ਦੀ ਆਮਦਨ 150 ਰੁਪਇਆ ਹਰ ਰੋਜ਼ ਤੋਂ ਘੱਟ ਸੀ, ਉਹਨਾਂ ਦੀ ਗਿਣਤੀ 6 ਕਰੋੜ ਤੋਂ ਵੱਧ ਕੇ 13.4 ਕਰੋੜ ਹੋ ਗਈ। 7.5 ਕਰੋੜ ਗਰੀਬ ਲੋਕਾਂ ਦੀ ਗਿਣਤੀ 'ਚ ਵਾਧਾ ਹੋ ਗਿਆ, ਜਿਨ੍ਹਾਂ ਦੀ ਆਮਦਨ ਇਹ ਕਾਹਦੇ ਕਰਕੇ? ਕਿਉਂਕਿ ਜਿਹੜੇ ਰੁਜ਼ਗਾਰ ਲੋਕਾਂ ਦੇ ਹਰ ਤਰ੍ਹਾਂ ਦੇ ਮਾਰੇ ਜਾਂਦੇ ਆ ਜਦੋਂ ਸਰਕਾਰਾਂ ਅੰਨ੍ਹੇਵਾਹ ਫੈਸਲੇ ਲੈਂਦੀਆਂ, ਤੇ ਜਿਹੜੇ ਉਹਦੇ ਕਰਕੇ ਗਰੀਬ ਦੇ ਤੁਸੀਂ ਘਰ ਦੇ ਵਿੱਚ ਕੀ ਭੇਜ ਰਹੇ ਹੋ, ਇਹ ਤਾਂ ਕੋਈ ਸਰਕਾਰ ਨਹੀਂ ਸੋਚਦੀ ਕਿ ਜਿਹੜਾ ਦਿਹਾੜੀਦਾਰ ਬੰਦਾ ਉਹ ਕਿੱਥੇ ਜਾਊਗਾ। ਤੁਸੀਂ ਤਾਂ ਬੰਦ ਕਰਨ ਵੇਲੇ ਇੱਥੇ ਹੁਕਮ ਚਾੜ ਦਿੰਦੇ ਹੋ, ਪਰ ਜਿਹਨੇ ਰੋਟੀ ਖਾਣੀ ਹੈ ਉਹ ਕਿੱਥੋਂ ਖਾਏਗਾ? ਇਹ ਉਹਦਾ ਸਬੂਤ ਹੈ। ਜਿਹੜੀ ਐਡੀ ਵੱਡੀ ਇਹ ਸਟੱਡੀ ਹੈਗੀ ਹੈ, ਪਿਓਰ ਰਿਸਰਚ ਸਟੱਡੀ, ਨੈਸ਼ਨਲ ਲੈਵਲ ਦੀ ਸਟੱਡੀ ਹੈ, ਇੰਡੀਪੈਂਡੈਂਟ ਏਜੰਸੀਆਂ ਦੀ ਸਟੱਡੀ ਹੈ ਕਿ ਇੰਨੀ ਵੱਡੀ ਗਿਣਤੀ 'ਚ ਵਾਧਾ ਹੋਇਆ। ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਇਹਨਾਂ ਲੋਕਾਂ ਦੇ ਵਾਸਤੇ ਨਾਲ ਕੀ ਪ੍ਰਬੰਧ ਆ, ਕਿਉਂਕਿ ਇਹਦੇ 'ਚ ਪੰਜਾਬ ਦੇ ਵੀ ਬੜੀ ਵੱਡੀ ਗਿਣਤੀ 'ਚ ਹੋਣਗੇ। ਇਸ ਕਰਕੇ ਇਹਨਾਂ ਦੇ ਰੋਟੀ ਰੋਜੀ ਦਾ ਕੀ ਪ੍ਰਬੰਧ ਹੈ, ਉਹਦੇ ਵਾਸਤੇ ਵੀ ਜਿਹੜੀ ਹੈ ਉਹ ਸਰਕਾਰ ਨੂੰ ਸੋਚਣਾ ਚਾਹੀਦਾ। ਜਿਹੜੇ ਮੱਧ ਵਰਗੀ ਪਰਿਵਾਰ ਆ, ਉਹਨਾਂ ਦੀ ਆਮਦਨ 30% ਤੱਕ ਜਿਹੜੀ ਹੈ ਉਹ ਸ਼ਰਿੰਕ ਕਰ ਗਈ, ਤੇ ਗਰੀਬਾਂ ਦਾ ਦੇਸ਼ ਦੇ ਵਿੱਚ ਇਹ ਹਾਲ ਹੈ। ਇਸ ਕਰਕੇ ਮੈਂ ਆਸ ਕਰਦਾ ਕਿ ਜਦੋਂ ਫੈਸਲੇ ਲੈਣੇ ਆ ਤੇ ਨਾਲ ਦੀ ਨਾਲ ਇਹ ਜਿਹੜੀਆਂ ਗੱਲਾਂ ਨੇ ਇਹ ਵੀ ਨਾਲ ਦੀ ਨਾਲ ਜਿਹੜੀਆਂ ਸਰਕਾਰ ਨੂੰ ਉਹ ਸੋਚਣੀਆਂ ਚਾਹੀਦੀਆਂ। ਸੋ ਇਹ ਜਿਹੜੇ ਇਸ਼ੂ ਸੀ ਸਾਡੇ ਅੱਜ ਦੇ ਸਾਰੇ। ਹੋਰ ਕੋਈ ਤੁਹਾਡਾ ਇਸ ਤੋਂ ਇਲਾਵਾ ਕੋਈ ਕੁਐਸਚਨ ਹੋਵੇ ਤੇ ਤੁਸੀਂ ਦੱਸ ਸਕਦੇ। ਹਾਂਜੀ ਹਾਂਜੀ 1975 ਦੇ ਐਕਟ ਦੇ ਮੁਤਾਬਕ ਕੀ ਹੋ ਰਹੀਆਂ ਪੁਆਇੰਟ ਦਾ ਐਕਸਪੈਕਟੇਸ਼ਨ ਦਾ ਉਹ ਵੀ ਹੈ ਕਿ ਸੈਕੂਲਰ ਪਾਰਟੀ ਹੀ ਲੜ ਸਕਦੀ ਹੈ, ਧਾਰਮਿਕ ਪਾਰਟੀ ਹੀ ਲੜ ਸਕਦੀ ਹੈ, ਕਿਉਂਕਿ ਤੁਸੀਂ ਸੰਵਿਧਾਨ ਦੇ ਵਿੱਚ ਚੇਂਜ ਕਰ ਰਹੇ ਸੀ। ਇੱਕ ਸੰਵਿਧਾਨ ਜਿਹੜਾ ਸੀਗਾ ਆਪਣੀ ਪਾਰਟੀ ਦਾ ਉਹ ਸੈਕੂਲਰ ਦਾ ਦਿੱਤਾ ਹੋਇਆ, ਤੇ ਇੱਕ ਜਿਹੜਾ ਉਹ ਧਾਰਮਿਕ ਦੇ ਤੌਰ ਤੇ ਦਿੱਤਾ ਹੋਇਆ। ਉਹਦੇ ਅੰਦਰ ਹੀ ਇਲੈਕਸ਼ਨਾਂ ਆਪਣੇ ਐਸਜੀਪੀਸੀ ਦੀਆਂ ਤੇ ਦਿੱਲੀ ਦੀਆਂ ਲੜੀਆਂ ਜਾ ਰਹੀਆਂ। ਇਹ ਜਿਹੜਾ ਆਰਡਰ ਉਹਨਾਂ ਨੇ ਅੱਜ ਅਖਬਾਰਾਂ 'ਚ ਲੱਗਾ ਹੈਗਾ, ਇਹ ਆਰਡਰ ਕੀ ਪਾਰਲੀਮੈਂਟ ਦਾ ਆਰਡਰ ਹੈ ਜਿਹੜਾ ਉਹਨਾਂ ਨੇ ਛਪਵਾਇਆ ਜਾਂ ਕਹਿ ਕੇ ਅਨਾਉਂਸ ਕਰਵਾਇਆ? ਇਹਦਾ ਐਕਟ ਜਿਹੜਾ ਹੈ ਇਹ ਤਾਂ ਪਾਰਲੀਮੈਂਟ ਹੀ ਬਣਾਉਂਦੀ ਹੈ। ਮੈਂ ਦਿੱਲੀ ਜਿਹੜੀਆਂ ਕਮੇਟੀ ਸਰਕਾਰ ਦੀਆਂ ਗਾਈਡਲਾਈਨਸ ਆ, ਇੱਕ ਤਾਂ ਮੈਂ ਤੁਹਾਡੀ ਜਿਹੜੀ ਗੱਲ ਗਲਤ ਬਿਆਨੀ ਤੁਸੀਂ ਕੀਤੀ ਹੈ ਉਹ ਮੈਂ ਠੀਕ ਕਰ ਦਿਆਂ ਕਿ ਸਾਡਾ ਕਨਸਟੀਟਿਊਸ਼ਨ ਇੱਕੋ ਹੀ ਹੈ ਔਰ ਦੇਸ਼ ਦਾ ਕਾਨੂੰਨ ਸਾਨੂੰ ਉਸੇ ਕਨਸਟੀਟਿਊਸ਼ਨ ਦੇ ਤਹਿਤ ਇਲੈਕਸ਼ਨ ਲੜਨ ਦੀ ਇਜਾਜ਼ਤ ਜਿਹੜੀ ਹੈ ਉਹ ਦਿੰਦਾ ਹੈ। ਤੁਹਾਨੂੰ ਯਾਦ ਹੋਣਾ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਸੀ ਤੇ ਸਰਦਾਰ ਬਲਵੰਤ ਸਿੰਘ ਖੇੜਾ ਸਾਹਿਬ ਨੇ ਇਲੈਕਸ਼ਨ ਕਮਿਸ਼ਨ ਨੂੰ ਪਾਈ ਸੀ। ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਰੱਦ ਕੀਤੀ ਸੀ ਕਿ ਇਹਦੇ 'ਚ ਕੋਈ ਨਹੀਂ ਹੈ, ਉਹ ਇਲੈਕਸ਼ਨ ਲੜ ਸਕਦੇ। ਪਰ ਤੁਹਾਡੀ ਗੱਲ ਗਲਤ ਹੋ ਗਈ ਨਾ, ਸੰਵਿਧਾਨ ਚੇਂਜ ਕਰਨ ਦੀ ਤਾਂ ਲੋੜ ਪਵੇ ਕਿ ਕੋਈ ਕਮਿਸ਼ਨ ਨੇ ਕਿਹਾ ਹੋਵੇ ਤਾਂ। ਨਹੀਂ, ਤੁਸੀਂ ਸਵਾਲ ਠੀਕ ਕੀਤਾ, ਮਤਲਬ ਤੁਸੀਂ ਬਲਵੰਤ ਸਿੰਘ ਖੇੜੇ ਵਾਲੀ ਭਾਸ਼ਾ ਬੋਲ ਗਏ, ਨਹੀਂ ਸੀ ਬੋਲਣੀ ਚਾਹੀਦੀ, ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਆਰਡਰ ਹੈ ਮੇਰੇ ਹੱਥ 'ਚ। ਕਿਉਂਕਿ ਜਿਹੜੀ ਹੈਗੀ ਆ, ਮੈਂ ਸੁਣ ਲਓ, ਹੁਣ ਮੈਂ ਤੁਹਾਨੂੰ ਜਵਾਬ ਸਾਰਾ ਦੇ ਦੇਣਾ
ਜਿਹੜਾ ਦੇਸ਼ ਦਾ ਸੰਵਿਧਾਨ ਆ ਆਰਟੀਕਲ 25 ਤੋਂ ਲੈ ਕੇ 28 ਤੱਕ ਤੁਹਾਨੂੰ ਫਰੀडम ਆਫ ਰਿਲੀਜਨ ਦਿੰਦਾ, ਔਰ ਆਰਟੀਕਲ 26 ਦੇ ਵਿੱਚ ਜਿਹੜਾ ਹੈਗਾ ਫਰੀडम ਟੂ ਮੈਨੇਜ ਅਫੇਅਰ ਜਿਹੜੀ ਆ ਤੁਹਾਨੂੰ ਦਿੱਤੀ ਹੋਈ ਹੈ। ਔਰ ਸੁਪਰੀਮ ਕੋਰਟ ਦੀ ਇੱਕ ਨਹੀਂ ਕਈ ਰੂਲਿੰਗ ਆ, ਅਸੀਂ ਉਹ 'ਚ ਕੋਟ ਕੀਤੀਆਂ ਸੀ ਸਾਰੀਆਂ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਉਹਨਾਂ ਨੇ ਕੀਤੀ ਸੀ ਕਿ ਜਿਹੜੀ ਮੈਨੇਜਮੈਂਟ ਆਫ ਸ਼ਰਾਈਨਸ ਹੈ ਉਹ ਸੈਕੂਲਰ ਐਕਟੀਵਿਟੀ ਹੈ, ਉਹ ਕਮਿਊਨਲ ਨਹੀਂ ਹੁੰਦੀ। ਜਿਵੇਂ ਤੁਸੀਂ ਕਹਿੰਦੇ ਨਾ ਰਿਲੀਜੀਅਸ ਹੈ ਪਾਰਟੀ ਤੇ ਉਹਦੇ 'ਚ ਡਿਫਾਈਨਡ ਆ ਕਿ ਤੁਸੀਂ ਕਿਸੇ ਵੀ ਪਾਰਟੀ ਦੇ ਮੈਂਬਰ ਹੋਵੋ, ਜੇ ਤੁਸੀਂ ਇਲੈਕਸ਼ਨ ਲੜਨੀ ਚਾਹੋ ਆਪਣੇ ਫੇਥ ਦੀ, ਚਾਹੇ ਗੁਰਦੁਆਰੇ ਦੀ, ਚਾਹੇ ਮੰਦਿਰ ਦੀ, ਚਾਹੇ ਚਰਚ ਦੀ, ਚਾਹੇ ਮਸਜਿਦ ਦੀ, ਕੋਈ ਵੀ ਲੜਨੀ ਚਾਹੋ ਤੁਸੀਂ ਲੜ ਸਕਦੇ। ਮੈਨੇਜਮੈਂਟ ਹੈ, ਦਿਸ ਇਜ਼ ਮੈਨੇਜਮੈਂਟ, ਠੀਕ ਹੈ ਨਾ, ਜਿਹੜੀ ਹੈਗੀ ਮੈਨੇਜਮੈਂਟ ਇੱਕ ਕੋਰਟਾਂ ਨੇ ਕਨਸਟੀਟਿਊਸ਼ਨ ਨੇ ਅਪਹੈਲਡ ਕੀਤਾ ਹੋਇਆ ਸਾਰੀ ਚੀਜ਼ਾਂ। ਠੀਕ ਹੈ, ਬਿਲਕੁਲ ਠੀਕ ਹੈ। ਇਹ ਮੇਰਾ ਸਵਾਲ ਹੈ ਕਿ ਜਿਹੜਾ ਉਹਨਾਂ ਨੇ ਇਹਨੂੰ ਕੋਟ ਕੀਤਾ ਕਿ ਜੀ ਧਾਰਮਿਕ ਪਾਰਟੀ ਦੇ ਤੌਰ ਤੇ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ ਕਰ ਸਕਦਾ, ਉਹ ਕਿਹੜਾ ਐਕਟ ਆਇਆ, ਕਿਹੜਾ ਫੈਸਲਾ ਆਇਆ ਕੱਲ੍ਹ? ਮੈਂ ਕਹਿੰਦਾ ਫੈਸਲਾ ਨਹੀਂ ਆਇਆ, ਇਹੀ ਤਾਂ ਮੈਂ ਤੁਹਾਨੂੰ ਇੰਟਰਸਟਿੰਗ ਚੀਜ਼ ਦੱਸਦਾ ਪਿਆ। ਪਹਿਲੀ ਵਾਰੀ ਹੈ ਮਿਨਿਸਟਰ ਦੀ ਚਿੱਠੀ ਆ ਗਈ, ਕਦੇ ਮਿਨਿਸਟਰ ਇੱਦਾਂ ਆਰਡਰ ਕੱਢਦੇ ਆ ਦੱਸੋ? ਮੈਂ ਤੁਹਾਨੂੰ ਕਾਪੀ ਦਿੰਦਾ ਇਸ ਆਰਡਰ ਦੀ। ਮਿਨਿਸਟਰ ਆਰਡਰ ਕਰੀ ਜਾ ਰਿਹਾ ਕਿ ਇਸ ਤਰੀਕੇ ਤੁਸੀਂ ਸਿੰਬਲ ਅਲਾਟਮੈਂਟ ਕਰਨੀ ਹੈ। 2010 'ਚ ਜਿਹੜੇ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਰੂਲਸ ਅਮੈਂਡ ਕੀਤੇ ਸੀ ਅਗੇਂਸਟ ਦੀ ਸਪਿਰਿਟ ਆਫ ਦੀ ਬੇਅਰ ਐਕਟ। ਇਹ ਐਕਟ ਮੇਰੇ ਕੋਲ ਹੈ ਜਿਹੜਾ ਦਿੱਲੀ ਕਮੇਟੀ ਦਾ, ਇਹ ਰੂਲ ਦੀ ਕਾਪੀ ਵੀ ਮੇਰੇ ਕੋਲ ਹੈ। ਇਹ ਐਕਟ ਦੇ ਵਿੱਚ ਕਿਤੇ ਵੀ ਰਿਲੀਜੀਅਸ ਪਾਰਟੀ ਦਾ ਜ਼ਿਕਰ ਨਹੀਂ ਹੈ। ਇਹ ਪੂਰਾ ਐਕਟ ਹੈ ਜਿਹੜਾ 1971 ਦਾ ਬਣਿਆ ਹੋਇਆ, ਇਹ ਐਕਟ ਹੈ, ਇਹਦੇ ਵਿੱਚ ਕਿਤੇ ਵੀ ਨਹੀਂ ਹੈ। ਇਹ ਰੂਲਸ ਹੀ ਉਦੋਂ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਣਾਏ ਗਏ ਸੀ, ਤੇ ਹੁਣ ਲਾਗੂ ਕਿਉਂ ਨਹੀਂ ਹੋਏ? 2012 'ਚ ਨਹੀਂ ਹੋਏ, 17 'ਚ ਨਹੀਂ ਹੋਏ, ਕਿਉਂਕਿ ਪਤਾ ਲੱਗਿਆ ਸੀ ਕਿ ਗਲਤ ਹੈ, ਇਹਨਾਂ ਨੇ ਆਪ ਹੀ ਰੋਕ ਲਿਆ। ਕਿਉਂਕਿ ਜਿਹੜੀ ਚੀਜ਼ ਐਕਟ ਦੇ ਵਿੱਚ ਨਹੀਂ ਹੈ ਉਹਨੂੰ ਰੂਲ 'ਚ ਕਿੱਦਾਂ ਲਾਓਗੇ? ਤੇ ਹੁਣ ਕੀ ਕੀਤਾ ਵੀ ਮੰਤਰੀ ਜੀ ਨੇ ਜਿਹੜੀ ਹੈਗੀ ਆ, ਮੰਤਰੀ ਜੀ ਦਾ ਨਾਮ ਹੈ ਜੀ ਰਜਿੰਦਰਾ ਪਾਲ ਗੌਤਮ। ਹਾਂ ਦੇਣੇ ਤੁਹਾਨੂੰ ਕਾਪੀ ਦੇਣੇ, ਕਾਪੀ ਦੇਣੇ। ਆਪਣੇ ਲੈਵਲ ਤੇ ਕਿੱਦਾਂ ਕਰ ਦਿੱਤਾ ਕਿ ਜਦੋਂ ਪਾਰਲੀਮੈਂਟ ਮਹਾਰਾਜ ਆਪਣੇ ਲੈਵਲ ਤੇ ਨਹੀਂ, ਸਾਰਾ ਮਨਜੀਤ ਸਿੰਘ ਜੀਕੇ ਦਾ, ਸਰਨਾ ਸਾਹਿਬ ਦਾ, ਆਮ ਆਦਮੀ ਪਾਰਟੀ ਦੇ ਲੀਡਰਾਂ ਦਾ, ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਵੀ ਅਕਾਲੀ ਦਲ ਫਿਰ ਜਿੱਤ ਜਾਏਗਾ ਚੋਣ। ਇਸ ਕਰਕੇ ਸਿਆਪੇ ਇੰਨੇ ਹੁੰਦੇ ਆ। ਉੱਦਾਂ ਕਹਿੰਦੇ ਅਕਾਲੀ ਦਲ ਦੇ ਪੱਲੇ ਕੱਖ ਨਹੀਂ, ਇੱਥੇ ਸਾਡੇ ਵਾਲੇ ਵੀ ਕਹੀ ਜਾਂਦੇ, ਕਈ ਆਲੇ ਦੁਆਲੇ ਵਾਲੇ। ਪਰ ਜੇ ਨਹੀਂ ਤਾਂ ਇਲੈਕਸ਼ਨ ਤੋਂ ਕਿਉਂ ਰੋਕਦੇ ਸ਼੍ਰੋਮਣੀ ਅਕਾਲੀ ਦਲ ਨੂੰ? ਮੈਨੂੰ ਤਾਂ ਇਹ ਦੱਸੋ, ਡਰ ਕਾਹਦੀ ਗੱਲ ਦਾ? ਫਿਰ ਜੇ ਨਹੀਂ ਹੈਗਾ ਤਾਂ ਫਿਰ ਉਹਨਾਂ ਨੂੰ ਤਾਂ ਕਹੋ ਵੀ ਜਿਹੜੇ ਮਰਜ਼ੀ ਸਿੰਬਲ ਤੇ ਲੜ ਲੈਣ, ਇਹਨਾਂ ਨੇ ਹਾਰ ਨਹੀਂ ਹਾਰਨਾ। ਫਿਰ ਤਾਂ ਸਗੋਂ ਸਾਨੂੰ ਆਪਣੇ ਸਿੰਬਲ ਤੇ ਲੜਨ ਦੇਣ, ਪਤਾ ਲੱਗੇ ਜਿਹੜੇ ਸਾਡੇ ਖਿਲਾਫ ਨੇ ਸਾਡੇ ਖਿਲਾਫ ਵੋਟ ਪਾਉਣ, ਕਿਤੇ ਭੁਲੇਖੇ ਨਾਲ ਸਾਨੂੰ ਕੋਈ ਵੋਟ ਪਾ ਦੇਵੇ। ਫਿਰ ਕਿਉਂ ਇਸ ਤਰ੍ਹਾਂ ਦੇ ਕੰਮ ਕਰਦੇ? ਫਿਰ ਤਾਂ ਉਹਨਾਂ ਨੂੰ ਸੂਟ ਕਰਦਾ ਵੀ ਸਗੋਂ ਇਹਨਾਂ ਨੂੰ ਇਹਨਾਂ ਦੇ ਸਿੰਬਲ ਤੇ ਲੜਨ ਦਿਓ, ਤਾਂ ਜੋ ਲੋਕਾਂ ਨੂੰ ਕਲੀਅਰ ਰਵੇ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਆ। ਫਿਰ ਇੰਨੇ ਪੰਗੇ ਕਰਨ ਦੀ ਕੀ ਲੋੜ ਆ? ਇਹ ਫੂਲਕਾ ਸਾਹਿਬ ਨੇ ਇਹਨੂੰ ਗੱਲ ਨੂੰ ਘੁਮਾਇਆ ਕਿਸ ਤਰ੍ਹਾਂ ਹੈ? ਫੂਲਕਾ ਸਾਹਿਬ ਵੀ ਨਾਲ ਹੀ ਹੈ, ਉੱਥੇ ਸਾਰਾ ਕੁਛ ਪੁੱਛੋ ਜਾ ਕੇ ਉਹਨਾਂ ਨੂੰ। ਸਾਰੇ ਬੱਚੇ ਨਾਲੇ ਪੂਰਾ ਜ਼ੋਰ ਲੱਗਿਆ ਪਿਆ, ਤਾਂ ਤਾਂ ਮੈਂ ਕਿਹਾ ਬੜੀ ਵੱਡੀ ਗਿਣਤੀ ਹੈ ਸਾਰਿਆਂ ਦੀਆਂ ਲੱਤਾਂ ਵੀ ਫਿਰ ਨਾ ਅਕਾਲੀ ਦਲ ਦਿੱਲੀ 'ਚ ਕਮੇਟੀ 'ਚ ਆ ਜਾਵੇ, ਕਿ ਉਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਆਈਆਂ। ਡਾਕਟਰ ਕੱਲ ਫਿਰ ਅਰਵਿੰਦ ਕੇਜਰੀਵਾਲ ਜਦੋਂ ਰੈਲੀ ਕਰਨਗੇ, ਜਿਹੜਾ ਸੀ ਵੋਟਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਆંકੜੇ ਕੱਲ ਦੁਬਾਰਾ ਪੇਸ਼ ਕੀਤੇ ਜਾਣਗੇ ਪੰਜਾਬ ਦੀ ਜਨਤਾ ਦੇ ਸਾਹਮਣੇ, ਫਿਰ ਉਹੀ ਚੋਣਾਂ ਦੀ ਨੂੰ ਲੈ ਕੇ ਜਿਹੜੇ ਵਾਅਦੇ ਕੀਤੇ ਜਾਣ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਹਲੇ ਲੀਗਲ ਰਾਏ ਲੈਣ ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਲੀਗਲ ਐਕਸ਼ਨ ਲਓਗੇ, ਤੁਹਾਨੂੰ ਲੱਗਦਾ ਕਿ ਅੱਜ ਅਗਰ ਤੁਸੀਂ ਲੈ ਲਓ ਤੇ ਕੱਲ ਦਾ ਕੋਈ ਅਸਰ ਲੋਕਾਂ ਦੇ ਉੱਤੇ ਪਏਗਾ, ਕਿਉਂਕਿ ਲੋਕਾਂ ਨੇ ਤਾਂ ਫਿਰ ਗੁਮਰਾਹ ਵਾਲੀ ਜਿਹੜੀ ਗੱਲ ਉਹ ਹੋਣੀ। ਦੇਖੋ ਗੱਲ ਹੈ, ਥੋੜ੍ਹਾ ਜਿਹਾ ਟਾਈਮ ਲੱਗਦਾ। ਹਾਲੇ ਕੱਲ੍ਹ ਹੋਇਆ, ਅੱਜ ਅਸੀਂ ਡਾਕੂਮੈਂਟ ਆਪਣੇ ਵਕੀਲਾਂ ਨੂੰ ਦਿੱਤੇ ਆ। ਪ੍ਰੀਲਿਮਿਨਰੀ ਉਹਨਾਂ ਨੇ ਕਿਹਾ ਕਿ 100% ਠੀਕ ਹੈ ਕਿ ਅਸੀਂ ਇਹਦੇ 'ਤੇ ਕ੍ਰਿਮੀਨਲ ਐਕਸ਼ਨ ਲੈਣਾ ਚਾਹੀਦਾ ਸਰ। ਬਾਕੀ ਕੇਜਰੀਵਾਲ ਸਾਹਿਬ ਤਾਂ ਕੱਲ੍ਹ ਹੋਰ ਕਈ ਝੂਠ ਬੋਲਣਗੇ, ਫਿਰ ਬਾਅਦ 'ਚ ਬਿਕਰਮ ਸਿੰਘ ਮਜੀਠੀਆ ਤੋਂ ਜਿਵੇਂ ਲਿਖਤੀ ਮਾਫੀ ਮੰਗੀ ਸੀ ਫਿਰ ਮੰਗਣਗੇ, ਉਹ ਵੀ ਕੰਮ ਚੱਲੂਗਾ। ਇਸ ਕਰਕੇ ਉਹਨਾਂ ਨੇ ਕੀ ਕਹਿਣਾ ਉਹਨਾਂ ਨੂੰ ਤਾਂ ਨਹੀਂ ਅਸੀਂ ਰੋਕ ਸਕਦੇ। ਉਹ ਤਾਂ ਬਾਅਦ ਦਾ ਪਤਾ ਵੀ ਫਿਰ ਮਾਫੀ ਮੰਗ ਲੈਂਦੇ ਆ। ਸਾਡੇ ਕੋਲੋਂ ਵੀ ਮੰਗੀ, ਅਰੁਣ ਜੇਤਲੀ ਜੀ ਦੇ ਕੋਲੋਂ ਵੀ ਮੰਗੀ, ਗਡਕਰੀ ਸਾਹਿਬ ਤੋਂ ਵੀ ਮੰਗੀ। ਇਸ ਕਰਕੇ ਉਹ ਤਾਂ ਕਹਿਣ ਨੂੰ ਤਾਂ ਸਟੇਜ 'ਤੇ ਕੁਝ ਵੀ ਕਹਿ ਸਕਦੇ। ਦੇਖੋ ਅਸੀਂ ਆਪਣੀਆਂ ਰੈਲੀਆਂ ਕੈਂਸਲ ਕਰ ਦਿੱਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਸ਼ਤਾਬਦੀ ਦੇ ਸਪੈਸ਼ਲ ਪ੍ਰੋਗਰਾਮ ਸੀ ਅਨੰਦਪੁਰ ਸਾਹਿਬ ਦੇ 24 ਤੋਂ 28 ਤੱਕ ਦੇ, ਉਹਨਾਂ ਨੇ ਕੈਂਸਲ ਕਰ ਦਿੱਤੇ। ਇਸ ਕਰਕੇ ਆਪਣੀ ਆਪਣੀ ਜ਼ਿੰਮੇਵਾਰੀ ਸਵਾਰੀ ਲੈ ਸਕਦੀ ਹੈ। ਇਹ ਹੁਣ ਉਹਨਾਂ ਨੇ ਕੱਲ੍ਹ ਆਉਣਾ, ਤੁਸੀਂ ਉਹਨਾਂ ਨੂੰ ਪੁੱਛ ਲਿਓ। ਉੱਦਾਂ ਤਾਂ ਲੋਕਾਂ ਨੂੰ ਸਾਰੇ ਦੇਸ਼ ਦੇ ਵਿੱਚ ਦਬਕੇ ਮਾਰਦੇ ਹੁੰਦੇ ਵੀ ਇੱਥੇ ਮੈਂ ਵੜ ਨਹੀਂ ਦੇਣਾ ਕਿਸੇ ਨੂੰ ਟੈਸਟ ਕਰਾਏ ਬਗੈਰ, ਇੱਥੇ ਆਪਣਾ ਇਲਾਜ ਜਾ ਕੇ ਆਪਣੀ ਸਟੇਟ 'ਚ ਕਰਾਓ। ਅਤੇ ਹੁਣ
करनी कैंसिल कि नहीं करनी ये उन्होंने पूछा। ਜਿਵੇਂ ਸਾਹਿਬ ਇਸ ਦੇ ਵਿੱਚ ਗੁਰਦੁਆਰਾ ਮੈਨੇਜਮੈਂਟ ਦਾ ਉਹਦੇ ਵਿੱਚ ਇੱਕ ਇਸ਼ੂ ਲੈ ਕੇ ਕਰਨਾ ਹੈ ਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਕਮਿਸ਼ਨ ਨੇ ਕਿਹਾ ਹੈ ਕਿ ਰਿਲੀਜੀਅਸ ਹੋਣੀ ਹੈ कमीशन ने नहीं क्या, सुप्रीम कोर्ट की रूलिंग है बहुत। ਤੇ ਦੂਜੇ ਪਾਸੇ ਜਿਹੜੀ ਵੋਟਿੰਗ ਹੁੰਦੀ ਹੈ ਉਸਦੇ ਵਿੱਚ ਤਾਂ ਰਿਲੀਜੀਅਸ ਉਹ ਐਫਟਰ ਆਲ ਜੋ ਕੋਈ ਵੋਟਰ ਡਿਸਾਈਡ ਕਰ ਰਹੇ ਨੇ ਉੱਥੇ 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 ਵੀ ਤੁਸੀਂ ਦੇਖਿਓ, ਮੈਨੇਜਮੈਂਟ ਪੜ੍ਹਿਓ, ਮੈਨੀਫੈਸਟੋ ਪਾਰਟੀ ਨੇ ਦੇਖਿਓ, ਮੈਨੇਜਮੈਂਟ ਹੀ ਹੈ ਕਿ ਤੁਸੀਂ ਕਿਵੇਂ ਬੈਟਰ ਕਰੋ, ਕਿ ਜਿਹੜਾ ਤੁਸੀਂ ਸਾਰਾ ਗੁਰਦੁਆਰੇ ਦਾ ਸਿਸਟਮ ਹੈ ਉਹਦੀ ਮੈਨੇਜਮੈਂਟ ਹੋਰ ਕਿਸ ਤਰ੍ਹਾਂ ਬੈਟਰ ਕਰੋ। ਇਹੀ ਪਾਰਟੀਆਂ ਦੀ ਡਿਊਟੀ ਹੁੰਦੀ ਹੈ, ਇਹੀ ਕਰਨੀ। ਧਰਮ ਦਾ ਕੰਮ ਜਿਹੜਾ ਹੈਗਾ ਉਹ ਧਾਰਮਿਕ ਸਾਈਡ ਤੇ ਹੁੰਦਾ, ਵੋਟ ਤਾਂ ਅਸੀਂ ਮੈਨੇਜਮੈਂਟ ਵਾਸਤੇ ਹੀ ਕਰ ਰਹੇ ਹਾਂ। ਨਹੀਂ ਤੇ ਜਿਹੜੀ ਮੈਨੇਜਮੈਂਟ ਵਾਸਤੇ ਤਾਂ ਕਰ ਸਕਦੇ ਹੋ ਨਾ, ਇਹੀ ਤਾਂ ਸੁਪਰੀਮ ਕੋਰਟ ਨੇ ਕਹਿਣਾ ਫਰੀडम ਆਫ ਰਿਲੀਜਨ ਹੈ। ਤੁਸੀਂ ਕੋਈ ਵੀ ਕੰਮ ਕਰਦੇ ਹੋ, ਜੇ ਤੁਸੀਂ ਐਕਸਟਰਾ ਟਾਈਮ ਆਪਣੇ ਧਰਮ ਨੂੰ ਦੇਣਾ ਚਾਹੁੰਦੇ ਹੋ ਤੇ ਕਿਸੇ ਦੇ ਉਹਦੇ ਤੇ ਬਾਹਰ ਨਹੀਂ ਹੈ। ਜੇ ਕੋਈ ਨਿਸ਼ਕਾਮ ਸੇਵਾ ਦੇ ਤੌਰ ਤੇ ਸੇਵਾ ਕਰਨੀ ਚਾਹੁੰਦਾ ਨਾਲ ਤਾਂ ਕਰ ਸਕਦਾ। ਇਹੀ ਚੀਜ਼ ਹੈ ਉਹਦੇ 'ਚ। ਇਹ ਅੱਜ ਦੀ ਨਹੀਂ ਹੈ, ਸਾਡੇ ਖਿਲਾਫ ਕਈ ਵਾਰੀ ਕੇਸ ਹੋਏ ਇਹਨਾਂ 'ਤੇ, ਹਰ ਵਾਰੀ ਐਸਜੀਪੀਸੀ ਇਲੈਕਸ਼ਨ ਤੋਂ ਬਾਅਦ ਕੋਈ ਨਾ ਕੋਈ ਚਲਾ ਜਾਂਦਾ। ਤੇ ਮੈਂ ਤਾਂ ਵਿਦ ਡਾਕੂਮੈਂਟਸ ਗੱਲ ਕਰਦਾ, ਮੈਂ ਡਾਕੂਮੈਂਟਸ ਬਗੈਰ ਨਹੀਂ ਗੱਲ ਕਰਦਾ। ਇਲੈਕਸ਼ਨ ਕਮਿਸ਼ਨ ਨੇ ਉਦੋਂ ਉਹਦੇ ਵਿੱਚ ਲਿਖਿਆ ਆ, ਦ ਕਮਿਸ਼ਨ ਡਜ਼ ਨਾਟ ਫਾਈਂਡ ਗਰਾਊਂਡ ਫਾਰ ਐਕਸ਼ਨ ਐਜ਼ ਅਰਜ਼ਡ ਬਾਈ ਯੂ ਇਨ ਯੋਰ ਅਬਵ ਰੈਫਰਡ ਕਮਿਊਨੀਕੇਸ਼ਨ। ਬੜੀ ਵੱਡੀ ਪਟੀਸ਼ਨ ਸੀ ਤੇ ਕਮਿਸ਼ਨ ਨੇ ਰੱਦ ਕਰਤੀ, ਪਣੀ ਉਹ ਠੀਕ ਲੜਦੇ ਆ, ਲੜ ਸਕਦੇ ਆ, ਕਿਉਂਕਿ ਉਹਦੇ ਸਿੰਬਲ ਹੋਰ ਹੁੰਦੇ ਆ। ਗੁਰਦੁਆਰਾ ਇਲੈਕਸ਼ਨ ਦੇ ਸਿੰਬਲ ਹੋਰ ਹੁੰਦੇ ਆ, ਜਿਹੜਾ ਸਾਡਾ ਬਾਕੀ ਇਲੈਕਸ਼ਨ ਆ ਉਹਦਾ ਸਿੰਬਲ ਤੱਕੜੀ ਹੁੰਦਾ, ਤਰਾਜੂ। ਜਿਹੜੇ ਉਹਦੇ ਸਿੰਬਲ ਹੁੰਦੇ ਆ, ਇੱਥੇ ਪੰਜਾਬ ਸਾਡਾ ਟਰੈਕਟਰ ਹੁੰਦਾ, ਉੱਥੇ ਬਾਲਟੀ ਹੁੰਦਾ, ਇਸ ਕਰਕੇ ਉਹਦੇ ਸਿੰਬਲ ਔਰ ਇਹਦੇ ਸਿੰਬਲ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਸਿੰਬਲ ਆ ਉਹ ਫਰੀਜ਼ ਹੁੰਦੇ ਆ, ਉਹ ਕਿਸੇ ਵੀ ਧਾਰਮਿਕ ਇਲੈਕਸ਼ਨ 'ਚ ਯੂਜ਼ ਨਹੀਂ ਹੁੰਦੇ। ਇਸ ਕਰਕੇ ਉਹ ਸਿਸਟਮ ਹੀ ਲੱਗਾ। ਪਰ ਇਹਨਾਂ ਨੂੰ ਤਾਂ ਅਸੀਂ ਇਹ ਪੁੱਛਦੇ ਵੀ ਇਹ ਤਾਂ ਕਹਿੰਦੇ ਅਕਾਲੀ ਦਲ ਨੂੰ ਵੋਟ ਪੈਣੀ ਨਹੀਂ, ਤੇ ਇਸ ਕਰਕੇ ਡਰਦੇ ਕਿਉਂ ਗਾ? ਗੱਲ ਤਾਂ ਇਸ਼ੂ ਤਾਂ ਮੇਨ ਇਹ ਹੈ ਕਿ ਲੋਕਾਂ ਦੀ ਕਹਿਣੀ ਤੇ ਕਥਨੀ 'ਚ ਫਰਕ ਕਿੰਨਾ। ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਕਿ ਅਕਾਲੀ ਦਲ ਨੂੰ ਕਿਸੇ ਤਰੀਕੇ ਬਾਹਰ ਕੱਢਿਆ ਜਾਵੇ, ਪਰ ਅਕਾਲੀ ਦਲ ਦੇ ਖਿਲਾਫ ਲੜੋ ਨਾ। ਇੱਥੇ ਕਿਹਨੇ ਇਲੈਕਸ਼ਨ ਲੜੋ, ਸੰਗਤ 'ਚ ਹੱਥ ਜੋੜ ਕੇ ਜਾਓ, ਜਿਹਨੂੰ ਸੰਗਤ ਸੇਵਾ ਦੇਵੇ ਠੀਕ ਹੈ। ਇੱਥੇ ਸਰ ਟੋਟਲ ਸੀਟਾਂ ਕਿੰਨੀਆਂ ਹੈਗੀਆਂ? 46 ਹੈ ਇਲੈਕਟਡ ਸੀਟ, 46 ਇਲੈਕਟਡ। ਬਾਕੀ ਕੋਆਪਸ਼ਨ ਵਾਲੀਆਂ ਦੂਜੀਆਂ ਉਹ ਬਾਅਦ 'ਚ ਹੁੰਦੀਆਂ। ਇੱਥੇ 170 ਹੈ। ਇੱਥੇ 170 ਇਲੈਕਸ਼ਨ ਵਾਲੀਆਂ, 15 ਕੋਆਪਸ਼ਨ ਦੀਆਂ। ਮੈਂ ਪਰਸੋਂ ਵੀ ਸਵਾਲ ਪੁੱਛਿਆ ਸੀ ਸੀਐਮ ਸਾਹਿਬ ਨੂੰ ਕਿ ਉਹਨੂੰ 10 ਦਿੱਤਾ ਦੇ ਦਿਓ, 4 ਮਹੀਨੇ ਨੋਟੀਫਿਕੇਸ਼ਨ ਨੂੰ ਹੋਣੇ ਨਹੀਂ ਤੁਸੀਂ ਤੇ ਉਧਰ ਬੜਾ ਕੁਝ ਵਧੀਆ ਕੀਤਾ ਉਧਰ, ਚੰਗੀ ਸੇਵਾ ਕੀਤੀ। ਤੁਸੀਂ ਤੇ ਕੁਐਸਚਨ ਮੇਰੇ ਖਿਆਲ ਦਿੱਤੇ ਨਹੀਂ ਸੀ, ਤੁਹਾਨੂੰ ਵੈਲ 'ਚ ਜਾ ਕੇ ਸੀਐਮ ਨੂੰ ਕੁਐਸਚਨ ਕਰਨਾ ਪਿਆ। ਹਾਂਜੀ ਜਦੋਂ ਤੁਸੀਂ ਬੋਲ ਰਹੇ ਸੀ, ਅਸੀਂ ਤੁਹਾਡੀ ਸ਼ਕਲ ਦੇਖਣੀ ਚਾਹੁੰਦੇ ਸੀ, ਦਰਸ਼ਨ ਕਰਨੀ ਚਾਹੁੰਦੇ ਸੀ, ਉਹ ਮੁੱਖ ਮੰਤਰੀ ਸਾਹਿਬ ਨੂੰ ਦਿਖਾਈ ਗਏ। ਤੁਹਾਡੀ ਆਵਾਜ਼ ਜਾਂਦੀ ਰਹੀ ਪਰ ਤੁਹਾਨੂੰ ਦਿਖਾਇਆ ਨਹੀਂ ਉਹਨਾਂ ਨੇ। ਤੁਹਾਨੂੰ ਪਤਾ ਹੀ ਨਹੀਂ ਹੈ, ਮੈਂ ਕਹਿੰਦੀ ਉਹਨੂੰ ਹੋ ਗਿਆ ਲੱਗੇ ਨੂੰ ਨੋਟੀਫਿਕੇਸ਼ਨ ਹੋਈ। ਠੀਕ ਹੈ ਜੀ।